ਜੀ ਸਾਹਮਣੇ ਮੇਰੇ ਦੋਸਤੋ ਬ੍ਰੇਕਿੰਗ ਨਿਊਜ਼ ਹੈਗੀ ਹੈ ਕਿ ਵੀ ਨਵਾਂ ਤੁਹਾਡਾ ਨਿਗਰਾਨ ਵਜ਼ੀਰ ਆਜ਼ਮ ਉਹਦਾ ਐਲਾਨ ਹੋ ਗਿਆ ਹੈ। ਇਨਵਾਰੁਲ ਹਕ ਕਾਕੜ ਬਾਪ ਪਾਰਟੀ ਦੇ ਮੈਂਬਰ ਸਨ ਤੇ ਜਿੱਥੋਂ ਦੂਸਰਾ ਸੰਜਰਾਨੀ ਸਮਝ ਲਵੋ। ਸੰਜਰਾਨੀ ਦੀ ਕੋਈ ਮਜਬੂਰੀਆਂ ਸੀ ਵਰਨਾ ਉਹਨੂੰ ਹੀ ਬਣਾਉਣਾ ਸੀ ਤੇ ਬਾਪ ਪਾਰਟੀ ਜਿਹਨੂੰ ਸਾਰੇ ਥੋੜੇ ਬੰਦਿਆਂ ਨੂੰ ਸਾਰੇ ਪਾਕਿਸਤਾਨ ਦਾ ਬਾਪ ਬਣਾਇਆ ਸੀ। ਕਿੰਨੇ ਬਣਾਇਆ ਸੀ ਤੁਹਾਨੂੰ ਪਤਾ ਹੀ ਹੈ। ਬਹੁਤੀਆਂ ਗੱਲਾਂ ਕਰਨ ਦੀ ਲੋੜ ਹੀ ਨਹੀਂ, ਥੋੜੇ ਕਹਿ ਨੂੰ ਬਹੁਤਾ ਸਮਝੋ। ਦੋਸਤੋ ਹੁਣ ਗੱਲ ਹੈਗੀ ਕਿ ਅਸੀਂ ਜਾ ਰਹੇ ਹਾਂ ਹੁਣ ਇਲੈਕਸ਼ਨ ਵਾਲੇ ਪਾਸੇ। ਬਾਕੀ ਤਾਂ ਬੜੀਆਂ ਗੱਲਾਂ ਪਤਾ ਸੀ, ਤੁਸੀਂ ਵੀਲੌਗ ਸੁਣ ਰਹੇ ਜੇ, ਲੋਕਾਂ ਦੇ ਤਜਜ਼ੀਏ ਸੁਣ ਰਹੇ, ਤਫਸੀਲਾਂ ਸੁਣ ਰਹੇ ਜੇ। ਜੋ ਕੁਝ ਹੋਣਾ ਤਾਂ ਹੋਣਾ ਹੈ। ਲੇਕਿਨ ਮੇਰੀ ਗੁਜ਼ਾਰਿਸ਼ ਹੈਗੀ ਤੁਹਾਨੂੰ ਕਿ ਤੁਸੀਂ ਸਾਰਾ ਫੋਕਸ ਆਪਣਾ ਕਰੋ ਆਪਣੇ ਇਲੈਕਸ਼ਨਾਂ ਦੇ, ਜਿਹੜੇ ਆਉਣ ਵਾਲੇ ਇਲੈਕਸ਼ਨ ਨੇ। ਕਿਉਂ ਸਾਡੇ ਨਾਲ ਹੁੰਦਾ ਕੀ ਹੈ, ਤੁਹਾਡੇ ਸਾਹਮਣੇ ਪਿਛਲੀ ਦਫਾ 3 ਸਾਲ ਇੱਕ ਬੰਦਾ ਉਹਦਾ ਪਾਰਲੀਮੈਂਟ ਦਾ ਸਪੀਕਰ ਰਹਿ ਚੁੱਕਿਆ ਹੈ ਸਟੇਜ ਉੱਤੇ। ਉਹ ਸਟੇ ਕਿਹਨਾਂ ਕੰਜਰਾਂ ਨੇ ਦਿੱਤਾ, ਕਿਉਂ ਦਿੱਤਾ? ਉਹ ਸਟੇ ਦੀ ਵਜ੍ਹਾ ਤੋਂ ਅਸੀਂ ਭੁਗਤਦੇ, ਸਟੇ ਦਿੰਦੇ ਨੇ ਭੁਗਤਦੇ ਸੀ। ਕਿਸੇ ਗਿਣਤੀ ਆ ਜਾਂਦੀ ਹੈ, ਉਹ ਆਪਣੇ 4-5 ਸਾਲ ਘੁੰਮਤ ਕਰਕੇ ਚਲਾ ਜਾਂਦਾ, ਉਹਦੀ ਗਿਣਤੀ ਦਾ ਫੈਸਲਾ ਹੀ ਨਹੀਂ ਹੁੰਦਾ, ਸਟੇ ਉੱਤੇ ਚਲੇ ਜਾਂਦੇ। ਇੱਕ ਸਟੇ ਤੇ ਦੂਸਰਾ ਗੱਲ ਤੁਹਾਡੇ ਸਾਹਮਣੇ ਤੁਸੀਂ ਦੇਖੋ, ਇੱਕ ਫੈਸਲ ਵਾਢਾ ਨਾਮੇ ਬੰਦਾ, ਉਹ ਵੀ ਉਹਨਾਂ ਦਾ ਜਿਹਨਾਂ ਦਾ ਕਾਕੜ ਹੈਗਾ, ਜਿਹੜਾ ਸੰਜਰਾਨੀ ਜਿਹਨਾਂ ਦਾ ਬੰਦਾ ਹੈ, ਉਹ ਵੀ ਵਾਢਾ ਉਹਨਾਂ ਜਿਹੜਾ ਬੂਟ ਫੜ ਕੇ ਲਿਆ ਸੀ, ਟੇਬਲ ਤੇ ਬੂਟ ਰੱਖਤਾ ਸੀ। ਦੋਸਤੋ ਉਸ ਬੰਦੇ ਨੇ ਪਾਰਲੀਮੈਂਟ ਵੀ ਜਾਇਆ ਕੀਤੀ, ਉਹਨੇ ਸੈਨੇਟ ਵੀ ਜਾਇਆ ਕੀਤਾ। ਤੁਹਾਡਾ ਮੂੰਹ ਚੜਾ ਕੇ ਨਿਕਲ ਗਿਆ ਤੇ ਕੋਈ ਸਜ਼ਾ ਨਹੀਂ, ਫਰਾਡ ਸਾਬਤ ਹੋ ਗਿਆ। ਉਸ ਫਰਾਡ ਦੀ ਸਜ਼ਾ ਕੋਈ ਨਹੀਂ। ਅੱਜ ਵੀ ਟੀਵੀ ਤੇ ਆ ਕੇ ਬੈਠਦਾ ਹੈ ਤੇ ਉਸੇ ਥੁੱਕਾਂ ਸੁੱਟ ਕੇ ਉਸੇ ਬਕਵਾਸ ਕਰਦਾ ਹੈ। ਪਹਿਲੇ ਉਧਰ ਕਰਦਾ ਸੀ ਤੇ ਹੁਣ ਉਧਰ ਨੂੰ ਕਰਦਾ ਹੈ। ਮੂੰਹ ਉਧਰ ਇੰਜ ਮੂੰਹ ਕਰਕੇ ਬੈਠਾ ਸੀ, ਹੁਣ ਹੋਰ ਅਗਲੇ ਨੇ ਮੂੰਹ ਇੰਜ ਮੋੜਤਾ ਹੈ। ਲੇਕਿਨ ਉਹ ਉਹੀ ਕੰਮ ਕਰੀ ਜਾ ਰਿਹਾ, ਨੌਕਰੀ ਦੀ ਉਹੀ ਹੈ, ਉਸੇ ਤਰ੍ਹਾਂ ਦੀ ਕੰਮ ਕਰੀ ਜਾ ਰਿਹਾ ਹੈ। ਤੁਸੀਂ ਉਹਨੂੰ ਫਿਰ ਵੇਖਦੇ ਹੋ, ਫਿਰ ਉਹਨੂੰ ਰੇਟਿੰਗ ਦਿੰਦੇ ਹੋ, ਤੁਹਾਡੀ ਮਰਜ਼ੀ ਹੈ। ਬਹਰਹਾਲ ਜਦੋਂ ਤੁਸੀਂ ਜ਼ਿੰਦਾ ਕੌਮ ਆਪਣੇ ਨੂੰ ਕਹਿੰਦੇ, ਜ਼ਿੰਦਾ ਕੌਮ ਦੀ ਨਿਸ਼ਾਨੀਆਂ ਹੁੰਦੀ ਹੈ ਕਿ ਉਹ ਆਪਣੇ ਵਾਸਤੇ ਖੁਦ ਵੀ ਕੁਝ ਕਰਦੀ ਹੈ। ਦੋਸਤੋ ਫੈਸਲ ਵਾਡਾ ਇਹੋ ਜਿਹੇ ਬੰਦੇ ਕਿਸ ਤਰ੍ਹਾਂ ਪਹੁੰਚਦੇ ਨੇ, ਸਾਨੂੰ ਪਤਾ ਲੱਗਦਾ ਜੀ ਫਲਾਣੇ ਬੰਦੇ ਦੀ ਡਿਗਰੀ ਜੈਲੀ ਹੈ। ਉਸ ਬੰਦੇ ਨੂੰ ਉਹਦਾ ਪੂਰੀ ਕੌਮ ਭੁਗਤਦੀ ਹੁੰਦੀ ਜੈਲੀ ਡਿਗਰੀ ਨੂੰ। ਉਹ ਕਾਨੂੰਨ ਨੂੰ ਤੋੜ ਕੇ ਆਉਂਦਾ, ਪੂਰੀ ਕੌਮ ਭੁਗਤਦੀ ਹੈ। ਮੇਰੇ ਦੋਸਤੋ ਮੈਨੂੰ ਇਹ ਗੱਲ ਦੱਸੋ ਕਿ ਉਸ ਬੰਦੇ ਨੂੰ ਫਾਂਸੀ ਕਿਉਂ ਨਹੀਂ ਲਾਉਂਦੇ ਜਿਹੜਾ ਸਕਰੂਟਨੀ ਕਰਕੇ ਇਲੈਕਸ਼ਨ ਕਮਿਸ਼ਨ ਦੇ ਵਿੱਚ ਬੈਠ ਕੇ ਸਕਰੂਟਨੀ ਕਰਕੇ ਉਹਨੂੰ ਪਾਸ ਕਰੇ, ਇਲੈਕਸ਼ਨ ਲੜਨ ਦਾ ਅਹਿਲ ਕਰਾਰ ਦਿੰਦਾ ਹੈ। ਉਹ ਟਕੇ ਦੇ ਬੰਦੇ ਇਲੈਕਸ਼ਨ ਕਮਿਸ਼ਨ ਦੇ ਬੈਠ ਕੇ ਇਹਨਾਂ ਟਕੇ ਦੇ ਬੰਦਿਆਂ ਨੂੰ ਸਰਟੀਫਿਕੇਟ ਦੇ ਕੇ ਇਲੈਕਸ਼ਨ ਦੇ ਅਹਿਲ ਕਰਕੇ ਭੇਜ ਦਿੰਦੇ ਨੇ। ਬਾਅਦ ਪਤਾ ਲੱਗਦਾ ਨਾਹਲ ਹੈ, ਕੇਸ ਚੱਲ ਪੈਂਦੇ ਨੇ, ਅਦਾਲਤਾਂ ਜਿਹਨੂੰ ਚਾਹੁੰਦੀਆਂ ਨੇ ਨਾਹਲ ਕਰਦੇ ਨੇ, ਜਿਹਨੂੰ ਨਹੀਂ ਚਾਹੁੰਦੀਆਂ ਨਹੀਂ ਕਰਦੀਆਂ। 4-5 ਸਾਲ ਹੁਕੂਮਤ ਕਰ ਜਾਂਦਾ ਹੈ, ਸਾਹਮਣੇ ਟੁੱਟ ਜਾਂਦੀਆਂ ਨੇ, ਫਿਰ ਫੈਸਲਾ ਸੁਣਾਉਂਦੇ ਨੇ। ਇਸ ਗੱਲ ਨੂੰ ਜ਼ਹਿਨੀ ਰੱਖੋ, ਜਿਹਦੀ ਗਿਣਤੀ ਖਰਾਬ ਹੋਵੇ ਸਟੇ ਨੂੰ ਮਿਲ ਜਾਵੇ। ਜਿਹਨੂੰ ਸਕਰੂਟਨੀ ਦੇਵੇ, ਪਾਸ ਕਰ ਦੇਵੇ ਇਲੈਕਸ਼ਨ ਕਮਿਸ਼ਨ, ਉਹਦਾ ਬਾਅਦ ਪਤਾ ਲੱਗੇ ਕਿ ਅਹਿਲ ਨਹੀਂ ਸੀ, ਉਹਦੀ ਸਜ਼ਾ ਇਲੈਕਸ਼ਨ ਕਮਿਸ਼ਨ ਦੇ ਮੈਂਬਰ ਜਿਹਨੇ ਉਹਨੂੰ ਸਰਟੀਫਿਕੇਟ ਦਿੱਤਾ ਹੈ, NOC ਜਾਰੀ ਕੀਤਾ ਹੈ, ਉਸ ਬੰਦੇ ਨੂੰ ਕਮ ਸੇ ਕਮ ਫਾਂਸੀ ਲੱਗਣੀ ਚਾਹੀਦੀ ਹੈ। ਜਿਹੜਾ ਇਸ ਮਤਲਬ ਕਿ ਜਿਹੜੇ ਮੁਲਕੀ ਮਾਮਲਾਤ ਨੇ, ਅਵਾਮੀ ਮਾਮਲਾਤ ਦੇ ਵਿੱਚ ਸਟੇ ਦੇਵੇ, ਉਸ ਜੱਜ ਨੂੰ ਫਾਂਸੀ ਲੱਗਣੀ ਚਾਹੀਦੀ ਹੈ। ਇਹ ਘੱਟ ਤੋਂ ਘੱਟ ਸਜ਼ਾ ਹੋਣੀ ਚਾਹੀਦੀ ਹੈ, ਬਲਕਿ ਉਹਦੀ ਆਉਣ ਵਾਲੀ ਨਸਲਾਂ ਵੀ ਯਾਦ ਕਰਨ। ਜੋ ਤੱਕ ਜਜ਼ਾ ਸਜ਼ਾ ਦਾ ਸਿਸਟਮ ਤੁਹਾਡੇ ਮੁਲਕ ਨਹੀਂ ਹੈਗਾ, ਕੀ ਕਰੋਗੇ? ਕਿਸ ਤਰ੍ਹਾਂ ਮੁਲਕ ਚੱਲੇਗਾ? ਬਹਰਹਾਲ ਅਸੀਂ ਮਜਬੂਰ ਹੈਗੇ ਹਾਂ, ਕਿਉਂ ਕਿ ਇਸ ਟਾਈਮ ਦੂਸਰੀ ਸਾਈਡ ਤੇ ਜਿਹੜੀ ਪਾਰਟੀ ਖੜੀ ਹੈ, ਮੁਲਕ ਦੇ ਝੰਡੇ ਸਾੜ ਰਹੀ ਹੈ, ਮੁਲਕ ਦੇ ਪਾਸਪੋਰਟ ਸਾੜ ਰਹੀ ਹੈ ਤੇ ਇਸ ਵਾਸਤੇ ਅਸੀਂ ਮਜਬੂਰ ਹੈਗੇ। ਲੇਕਿਨ ਕਿਆ ਨੂੰ ਹੁਣ ਵੀ ਸਾਡੇ ਕੋਲ ਬਹੁਤ ਕੁਛ ਹੈਗਾ, ਜੋ ਕੋਈ ਹੋ ਰਿਹਾ, ਅਸੀਂ ਸਮਝ ਰਹੇ ਪਾਗਲ ਨਹੀਂ ਹੈਗੇ, ਸਾਰਿਆਂ ਨੂੰ ਸਮਝ ਲੱਗ ਰਹੀ ਹੈ। ਦੁਆ ਯਾਦ ਰੱਖਣਾ, ਫਿਰ ਮਿਲਣੇ ਥੋੜੀ ਦੇਰ ਬਾਅਦ। ਅੱਲਾ ਹਾਫਿਜ਼।